ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਸਟੂਡੈਂਟਸ, ਜੋ ਨੈਕਸਟ ਆਪਣਾ ਪੰਜਾਬੀ ਦਾ ਟੌਪਿਕ ਹੈ, ਟੌਪਿਕ ਦਾ ਨਾਮ ਹੈ ਯੋਜਕ। ਦੇਖੋ, ਯੋਜਕ ਦਾ ਅਰਥ ਹੈ ਜੋੜਨ ਵਾਲਾ। ਜਿਹੜਾ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ, ਉਹਨੂੰ ਆਪਾਂ ਯੋਜਕ ਕਹਿੰਦੇ ਹਾਂ। ਉਸ ਨੂੰ ਯੋਜਕ ਕਿਹਾ ਜਾਂਦਾ ਹੈ, ਜਿਵੇਂ ਤੇ, ਅਤੇ, ਪਰ, ਕਿਉਂਕਿ, ਜਿਹੜਾ, ਇਸ ਲਈ, ਇਹਨੂੰ ਸਭ ਨੂੰ ਯੋਜਕ ਕਹਿੰਦੇ ਆ। ਸਿਮਰਨ ਤੇ ਸੁਖਮਨ ਪੜ੍ਹ ਰਹੀਆਂ ਹਨ। ਹੁਣ ਸਿਮਰਨ ਤੇ ਸੁਖਮਨ ਕੀ ਹੈ? ਸਿਮਰਨ ਤੇ ਸੁਖਮਨ ਪੜ੍ਹ ਰਹੀਆਂ ਹਨ ਤੇ ਕੀ ਇੱਥੇ ਉਹ ਯੋਜਕ ਦਾ ਕੰਮ ਕਰ ਰਿਹਾ। ਠੀਕ ਹੈ ਜੀ। ਰਾਮ ਵੱਡਾ ਵੀਰ ਸੀ ਅਤੇ ਲਛਮਣ ਛੋਟਾ। ਅਤੇ ਕੀ ਹੈ ਜੀ? ਅਤੇ ਕੀ ਹੈ? ਯੋਜਕ ਹੈ। ਦੇਖੋ, ਯੋਜਕ ਸ਼ਬਦਾਂ ਦੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ। ਫਸਟ ਹੈ ਰੂਪ ਦੇ ਆਧਾਰ ਤੇ ਸੈਕਿੰਡ ਹੈ ਅਰਥ ਦੇ ਆਧਾਰ ਤੇ। ਇਹ ਹੁਣ ਯਾਦ ਰੱਖਣਾ, ਜੇ ਤੁਹਾਨੂੰ ਰੂਪ ਦੇ ਆਧਾਰ ਤੇ ਪੁੱਛੇ ਤਾਂ ਫਰਦਰ ਫਿਰ ਇਹਦੀਆਂ ਅਲੱਗ ਟਾਈਪ ਹੈ। ਜੇ ਅਰਥ ਦੇ ਆਧਾਰ ਤੇ ਪੁੱਛੇ ਤਾਂ ਫਰਦਰ ਫਿਰ ਅਲੱਗ ਟਾਈਪ ਹੈ। ਇਹ ਡਿਪੈਂਡ ਕਰਦਾ ਕਿ ਕੁਐਸਚਨ ਕਿਸ ਹਿਸਾਬ ਨਾਲ ਐਗਜ਼ਾਮੀਨਰ ਤੁਹਾਨੂੰ ਪੁੱਛ ਰਿਹਾ। ਅਗਰ ਪੁੱਛਿਆ ਜਾਵੇ ਰੂਪ ਦੇ ਆਧਾਰ ਤੇ, ਤਾਂ ਰੂਪ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਵਿਕਾਰੀ ਤੇ ਅਵਿਕਾਰੀ। ਵਿਕਾਰੀ ਤੋਂ ਭਾਵ ਹੈ ਜਿਹੜੇ ਯੋਜਕ ਵਾਕ ਵਿੱਚ ਵਿਚਰਦਿਆਂ ਹੋਇਆਂ ਆਪਣਾ ਰੂਪ ਬਦਲ ਲੈਣ। ਜਿਵੇਂ ਜੋ, ਜਿਹੜਾ, ਉਹ ਵਿਕਾਰੀ ਹੈ। ਹੁਣ ਇਹ ਕੀ ਕਰਦੇ ਆ? ਆਪਣਾ ਰੂਪ ਬਦਲ ਲੈਂਦੇ ਆ। ਤੇ ਅਵਿਕਾਰੀ, ਬਾਕੀ ਸਾਰੇ ਯੋਜਕ ਹੈ ਜਿਹੜੇ ਅਵਿਕਾਰੀ ਹੈ। ਵਾਕ ਵਿੱਚ ਯੋਜਕਾਂ ਦੀ ਵਰਤੋਂ ਜਿਹੜੀ ਹੁੰਦੀ ਹੈ ਨਾ, ਉਹ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਜਿਵੇਂ ਤੇ ਅਤੇ ਕੀ ਜਾਂ ਆਦਿ ਇਕੱਲੇ ਤੌਰ ਤੇ ਯੋਜਕ ਯੂਜ਼ ਹੋਣਗੇ। ਜਿਵੇਂ ਰਮਨ ਤੇ ਚਮਨ ਦੋਸਤ ਹਨ। ਮੈਂ ਜਾਣਦਾ ਸਾਂ ਕਿ ਤੁਸੀਂ ਜ਼ਰੂਰ ਆਓਗੇ। ਇਹ ਕੰਮ ਤੂੰ ਕਰ ਜਾਂ ਉਹ ਕਰੇ। ਤਾਂ ਹੁਣ ਇਹ ਇਕੱਲੇ ਤੌਰ ਤੇ ਯੂਜ਼ ਹੋ ਰਿਹਾ। ਉਸ ਤੋਂ ਬਾਅਦ ਜੁੱਟ ਦੇ ਰੂਪ ਵਿੱਚ, ਮਤਲਬ ਇਕੱਠੇ ਜਦੋਂ ਇਹ ਯੂਜ਼ ਹੁੰਦੇ ਆ। ਜਿਵੇਂ ਦੇਖੋ, ਜੇ ਉਹ ਗਿਆ ਤਾਂ ਮੈਂ ਵੀ ਜਾਵਾਂਗਾ। ਹੁਣ ਜੁੱਟ ਦੇ ਰੂਪ 'ਚ ਕੀ ਹੈ? ਜੇ ਤਾਂ, ਜੇ ਅਲੱਗ ਹੈ ਹਨਾ, ਮਤਲਬ ਜੇ ਉਹ ਗਿਆ ਤਾਂ ਕੰਡੀਸ਼ਨ ਕੀ ਹੈ? ਜੇ ਉਹ ਗਿਆ ਤਾਂ ਮੈਂ ਵੀ ਜਾਊਂਗਾ। ਤਾਂ ਯੋਜਕ ਕੀ ਹੈ? ਜਿਹਨੂੰ ਆਪਾਂ ਇੰਗਲਿਸ਼ 'ਚ ਕੰਜੰਕਸ਼ਨ ਵੀ ਕਹਿੰਦੇ ਹਾਂ, ਵੀ ਇਹ ਜੋੜ ਰਹੇ ਹੈ ਜੇ ਤੇ ਤਾਂ। ਉਸ ਤੋਂ ਬਾਅਦ ਦੇਖੋ, ਜਦੋਂ ਮੈਂ ਸਟੇਸ਼ਨ ਤੇ ਪਹੁੰਚਾ ਤਾਂ ਆਉਣ ਦੀ ਗੱਡੀ ਜਾ ਚੁੱਕੀ ਸੀ। ਤੇ ਜਦੋਂ ਤਾਂ ਉਦੋਂ ਹਨਾ, ਉਦੋਂ ਜਿਹੜੀ ਉਹਦੀ ਗੱਡੀ ਸੀ ਉਹ ਜਾ ਚੁੱਕੀ ਸੀ। ਠੀਕ ਹੈ। ਤਾਂ ਉਦੋਂ ਤੇ ਜਦੋਂ, ਇਹ ਕੀ ਆ? ਅਗੇਨ ਹੈ ਜਿਹੜਾ ਜੋੜਨ ਦਾ ਕੰਮ ਕਰ ਰਿਹਾ। ਤਾਂ ਸਟੂਡੈਂਟਸ, ਨੈਕਸਟ ਹੈ ਅਰਥ ਦੇ ਆਧਾਰ ਤੇ। ਅਰਥ ਦੇ ਆਧਾਰ ਤੇ ਅਗੇਨ ਦੋ ਟਾਈਪ ਨਾਲ ਵੰਡ ਕੀਤੀ ਜਾਂਦੀ ਹੈ। ਫਸਟ ਹੈ ਸਮਾਨ ਯੋਜਕ। ਤਾਂ ਸਮਾਨ ਯੋਜਕ ਕਿਹੜਾ ਹੈ ਜੀ? ਸਮਾਨ ਯੋਜਕ ਹੁੰਦਾ ਹੈ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦ ਵਾਕਾਂਸ਼ਾਂ ਵਾਕਾਂ ਨੂੰ ਜੋੜਨ ਦਾ ਕੰਮ ਕਰਨ। ਸਮਾਨ ਯੋਜਕ ਤੇ ਕੁਐਸਚਨ ਕਾਫੀ ਵਾਰੀ ਆਇਆ, ਜਿਵੇਂ ਮੋਹਨ ਅਤੇ ਸੁਰਿੰਦਰ। ਅਤੇ ਜਿਹੜਾ ਆ ਗਿਆ ਉਹ ਸਮਾਨ ਯੋਜਕ ਹੈ। ਉਸ ਤੋਂ ਬਾਅਦ ਮੁੱਖ ਮਹਿਮਾਨ ਸਾਹਿਬ ਜੀ ਆਏ ਅਤੇ ਫਿਰ ਯੋਜਕ ਹੈ। ਫਿਰ ਤੇ ਵੀ ਅਗੇਨ ਕੀ ਅਗਲੇ ਸੈਂਟੈਂਸ 'ਚ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ। ਦੇਖੋ, ਇਹ ਸਮਾਨ ਯੋਜਕ ਹੈ, ਮਤਲਬ ਮੋਹਨ ਅਤੇ ਸੁਰਿੰਦਰ ਗੈਰ ਹਾਜ਼ਰ ਹਨ। ਸਮਾਨ ਹੈ ਨਾ, ਵੀ ਦੋਨੋਂ ਹੀ ਗੈਰ ਹਾਜ਼ਰ ਹੈ, ਇੱਕ ਸਮਾਨ ਹੈ। ਉਸ ਤੋਂ ਬਾਅਦ ਅੱਗੋਂ ਇਹਦੀਆਂ ਟਾਈਪਸ ਹੈ ਜੀ, ਸਮੁੱਚੀ ਸਮਾਨ ਯੋਜਕ, ਵਿਕਲਪੀ ਸਮਾਨ ਯੋਜਕ, ਨਿਖੇਧੀ ਸਮਾਨ ਯੋਜਕ ਤੇ ਕਾਰਜ ਬੋਧਕ ਸਮਾਨ ਯੋਜਕ। ਇਹਦੀਆਂ ਅੱਗੋਂ ਚਾਰ ਟਾਈਪ ਹੈ। ਹਾਂਜੀ, ਨੈਕਸਟ ਦੇਖੋ, ਸਮੁੱਚੀ ਸਮਾਨ ਯੋਜਕ ਕੀ ਹੁੰਦਾ ਹੈ? ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ। ਠੀਕ ਹੈ। ਤਾਂ ਜਿਵੇਂ ਉਹ ਨਾ ਕੇਵਲ ਗਰੀਬ ਹੈ ਸਗੋਂ ਕਮੀਨਾ ਵੀ ਹੈ। ਤਾਂ ਇਹਦੇ ਵਿੱਚ ਕੀ ਆਇਆ? ਸਗੋਂ ਜਿਹੜਾ ਨਾ ਉਹ ਕੀ ਆ ਗਿਆ ਆਪਣੇ ਕੋਲ? ਨਾ ਕੇਵਲ ਤੇ ਸਗੋਂ ਇਕੱਠੇ ਯੂਜ਼ ਹੋਏ ਆ, ਮਤਲਬ ਕੋਆਰਡੀਨੇਸ਼ਨ ਉਹਨਾਂ ਦਾ ਬਣ ਗਿਆ ਕੰਜੰਕਸ਼ਨ ਦੇ ਵਿੱਚ। ਤਾਂ ਆਪਾਂ ਡੈਫੀਨੇਸ਼ਨ ਫਿਰ ਵੇਖਦੇ ਹਾਂ। ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਵਿੱਚ ਜੋੜਨ ਦਾ ਕੰਮ ਕਰਦੇ ਆ। ਉਸ ਤੋਂ ਬਾਅਦ ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ। ਹੁਣ ਇਹਦੇ ਵਿੱਚ ਕੀ ਆ ਗਿਆ? ਵੀ ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ, ਮਤਲਬ ਦੋ ਸੈਂਟੈਂਸ ਆਪਸ 'ਚ ਜੁੜ ਗਏ ਨਾ। ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੋਇਆ ਜੀ? ਵਿਕਲਪੀ ਸਮਾਨ ਯੋਜਕ, ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਵਿੱਚ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ। ਜਿਵੇਂ ਦੇਖੋ, ਚਾਹੇ ਤੂੰ ਸੇਵਾ ਕਰ ਚਾਹੇ ਉਹ ਕਰੇ, ਵੀ ਚਾਹੇ ਤਾਂ ਤੂੰ ਕਰ ਲੈ ਚਾਹੇ ਉਹ ਕਰ ਲੈ। ਤਾਂ ਡੈਫੀਨੇਸ਼ਨ ਕੀ ਕਹਿੰਦੀ ਹੈ? ਜਿਹੜੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦੇ ਵਟਾਂਦਰੇ ਮਤਲਬ ਚਾਹੇ ਉਹ ਹੋ ਜੇ ਚਾਹੇ ਉਹ ਹੋ ਜੇ।
ਇਹ ਲਿਖ ਤੂੰ ਲਿਖ ਭਾਵੇਂ ਉਹ ਲਿਖੇ, ਠੀਕ ਹੈ ਜੀ। ਉਸ ਤੋਂ ਬਾਅਦ ਨਿਖੇਧੀ। ਨਿਖੇਧੀ ਮਤਲਬ ਕੀ ਹੋਇਆ, ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਆਪਸੀ ਟਾਕਰਾ ਹੋਵੇ, ਜਿਵੇਂ ਉਹ ਮੋਟਾ ਹੈ ਪਰ ਫੁਰਤੀਲਾ ਹੈ, ਉਹ ਕਮਜ਼ੋਰ ਹੈ ਪਰੰਤੂ ਡਰਪੋਕ ਹੈ, ਉਹ ਗਰੀਬ ਹੈ ਤਾਂ ਵੀ ਖੁੱਲ੍ਹ ਦਿਲਾ ਹੈ। ਤਾਂ ਦੇਖੋ ਇਹਦੇ ਵਿੱਚ ਕੀ ਹੈ, ਨਿਖੇਧੀ ਹੈ। ਉਹ ਮੋਟਾ ਹੈ ਪਰ ਫੁਰਤੀਲਾ ਹੈ, ਤਾਂ ਪਰ ਆ ਗਿਆ, ਫਿਰ ਪਰੰਤੂ ਆ ਗਿਆ ਅਗਲੇ 'ਚ। ਫਿਰ ਨੈਕਸਟ ਹੈ ਜੀ ਕਾਰਜ ਬੋਧਕ ਸਮਾਨ ਯੋਜਕ। ਤਾਂ ਕਾਰਜ ਬੋਧਕ ਕਿਹੜੇ ਆ, ਜਦੋਂ ਸਮਾਨ ਯੋਜਕ ਦੇ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਦਾ ਕੰਮ ਇੱਕ ਵਾਕ ਕਰਨ ਇਕੱਲੇ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ, ਜਿਵੇਂ ਮੈਨੂੰ ਉਸ ਤੇ ਵਿਸ਼ਵਾਸ ਨਹੀਂ, ਸੋ ਸੋਚ ਸਮਝ ਕੇ ਗੱਲ ਕਰਨਾ। ਕਾਰਨ ਬੋਧਕ ਕੀ ਕਹਿੰਦਾ, ਡੈਫੀਨੇਸ਼ਨਸ ਨੂੰ ਤੁਸੀਂ ਯਾਦ ਰੱਖਣਾ ਪਲੀਜ਼, ਵੀ ਜਿਹੜੇ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਦਾ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਆਪਾਂ ਕੀ ਕਵਾਂਗੇ, ਕਾਰਨ ਬੋਧਕ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਅਧੀਨ ਯੋਜਕ। ਅਧੀਨ ਯੋਜਕ ਕਿਹੜੇ ਕਿਹੜੇ, ਅੱਗੋਂ ਫਿਰ ਇਹ ਅੱਗੋਂ 7 ਪ੍ਰਕਾਰ ਦੇ ਹੁੰਦੇ ਆ ਅਧੀਨ ਯੋਜਕ। ਤਾਂ ਫਸਟ ਹੈ ਡੈਫੀਨੇਸ਼ਨ ਦੇਖੋ ਅਧੀਨ ਯੋਜਕ ਦੀ, ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਕਿਰਤ ਕਰੋ ਕੇ ਖਾਓ, ਠੀਕ ਹੈ। ਸੁਰਿੰਦਰ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ। ਹੁਣ ਇਹਦੇ ਵਿੱਚ ਵੇਖੋ ਫਸਟ ਸੈਂਟੈਂਸ ਹੈ ਸੁਰਿੰਦਰ ਸਕੂਲ ਨਹੀਂ ਆਇਆ, ਠੀਕ ਹੈ, ਸਕੂਲ ਨਹੀਂ ਆਇਆ। ਤਾਂ ਹੁਣ ਦੇਖੋ ਆਪਾਂ ਡੈਫੀਨੇਸ਼ਨ 'ਚ ਕੀ ਕਿਹਾ, ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਵਾਕਾਂ ਨੂੰ ਆਪਸ 'ਚ ਜੋੜ ਰਹੇ ਆ। ਹੁਣ ਇਹਦੇ ਵਿੱਚ ਦੇਖੋ ਜਿਹੜਾ ਸੁਰਿੰਦਰ ਸਕੂਲ ਨਹੀਂ ਆਇਆ ਜਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰਕੇ ਖਾਓ, ਫਿਰ ਇੱਕ ਦੇਖੋ ਇਹ ਉਹੀ ਥਾਂ ਹੈ ਜਿੱਥੇ ਟਰੱਕ ਨਾਲ ਟੱਕਰ ਹੋਈ। ਤਾਂ ਇਹਦੇ ਵਿੱਚ ਦੇਖੋ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੁਰਿੰਦਰ ਸਕੂਲ ਨਹੀਂ ਆਇਆ, ਇਹ ਉਹੀ ਥਾਂ ਹੈ, ਇਹ ਕਿਹੜੇ ਆ, ਪ੍ਰਧਾਨ ਉਪਵਾਕ ਹੈ। ਆਪਾਂ ਕੀ ਕਿਹਾ ਵੀ ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕਾਂ ਨਾਲ ਜੋੜ ਰਹੇ ਆ, ਤਾਂ ਅਧੀਨ ਕਿਹੜੇ ਹੋ ਗਏ, ਗੁਰੂ ਨਾਨਕ ਦੇਵ ਜੀ ਨੇ ਕਿਹਾ ਲੇਕਿਨ ਉਹਨਾਂ ਦੀ ਸਟੇਟਮੈਂਟ ਕੀ ਆ, ਉਹ ਅਧੀਨ ਹੋ ਗਈ, ਮਤਲਬ ਕਿਰਤ ਕਰਕੇ ਖਾਓ। ਫਿਰ ਸੁਰਿੰਦਰ ਸਕੂਲ ਨਹੀਂ ਆਇਆ ਕਿਉਂਕਿ ਉਹ ਅਗੇਨ ਉਹਦਾ ਫਰਦਰ ਰੀਜ਼ਨ ਹੋ ਗਿਆ। ਉਸ ਤੋਂ ਬਾਅਦ ਸਟੂਡੈਂਟਸ ਇਹਦੀਆਂ ਜਿਹੜੀਆਂ ਫਰਦਰ ਟਾਈਪ ਇਹਨਾਂ ਦਾ ਤੁਸੀਂ ਸਿਰਫ ਨਾਮ ਯਾਦ ਰੱਖ ਲਓ ਕਿਹੜੇ ਕਿਹੜੇ ਆ, ਸਮਾਨ ਅਧਿਕਰਨ, ਕਾਰਨਵਾਚਕ, ਫਲਵਾਚਕ, ਮੰਤਵਵਾਚਕ, ਇਹ ਇੰਨੀਆਂ ਅੱਗੋਂ ਫਰਦਰ ਟਾਈਪ ਹੈ। ਫਿਰ ਸ਼ਰਤਵਾਚਕ, ਫਿਰ ਵਿਰੋਧਵਾਚਕ, ਫਿਰ ਤੁਲਨਾਵਾਚਕ। ਕਿਉਂਕਿ ਨਾ ਐਗਜ਼ਾਮੀਨਰ ਤੁਹਾਨੂੰ ਅਗਰ ਕੁਐਸਚਨ ਪੁੱਛੇਗਾ ਤਾਂ ਇਸ ਹਿਸਾਬ ਨਾਲ ਪੁੱਛੇਗਾ ਕਿ ਜਿਵੇਂ ਆਪਾਂ ਇਹ ਕਹਿ ਰਹੇ ਹਾਂ ਅਧੀਨ ਯੋਜਕ ਦੀਆਂ ਅੱਗੋਂ ਫਰਦਰ ਕਿਹੜੀਆਂ ਟਾਈਪ ਹੈ, ਤਾਂ ਤੁਸੀਂ ਫਰਦਰ ਜਿਸਟ ਇਹਨਾਂ ਦੇ ਨਾਮ ਰੱਖਣੇ ਆ ਯਾਦ, ਕਿਹੜੇ ਕਿਹੜੇ ਆ, ਸਮਾਨ ਅਧਿਕਰਨ, ਫਿਰ ਹੈ ਕਾਰਨਵਾਚਕ, ਫਿਰ ਹੈ ਫਲਵਾਚਕ, ਫਿਰ ਹੈ ਮੰਤਵਵਾਚਕ, ਫਿਰ ਹੈ ਸ਼ਰਤਵਾਚਕ, ਫਿਰ ਹੈ ਉਸ ਤੋਂ ਬਾਅਦ ਵਿਰੋਧਵਾਚਕ ਔਰ ਲਾਸਟ ਹੈ ਤੁਲਨਾਵਾਚਕ। ਤਾਂ ਆਪਾਂ ਅੱਗੋਂ ਐਜ਼ ਯੂਜ਼ੁਅਲ ਇਹਨਾਂ ਦੇ ਕੁਐਸਚਨ ਮੈਂ ਨਾਲ ਲੈ ਕੇ ਆਉਣਾ ਹੁੰਦਾ ਤਾਂ ਆਪਾਂ ਉਹ ਕਵਰ ਕਰ ਲਈਏ। ਜਿਹੜੇ ਸ਼ਬਦ ਦੋ ਵਾਕਾਂ ਜਾਂ ਵਾਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਨ, ਹੁਣੇ ਆਪਾਂ ਸਮਝਿਆ ਉਹਨੂੰ ਕੀ ਕਹਿੰਦੇ ਆ ਜੀ, ਯੋਜਕ ਕਹਿੰਦੇ ਆ। ਇਹਨਾਂ ਚੋਂ ਯੋਜਕ ਆਪਾਂ ਚੁਣਨਾ ਕਿਹੜਾ, ਨੂੰ ਨਾਲ ਕੋਈ ਨਹੀਂ ਯੋਜਕ ਹੈਗਾ, ਦਾ ਦੇ ਦੀ ਨਹੀਂ ਯੋਜਕ, ਫਸਟ ਵਾਲਾ ਊੜਾ ਆਪਣੇ ਕੋਲ ਸਹੀ ਆਪਸ਼ਨ ਹੈ, ਤੇ ਅਤੇ ਪਰ ਕਿਉਂਕਿ ਆਪਣੇ ਕੋਲ ਯੋਜਕ ਹੈ। ਰੂਪ ਦੇ ਆਧਾਰ ਤੇ ਕਿਹੜੇ ਆ ਜੀ, ਟਾਈਪ ਇਹਦੀਆਂ ਵਿਕਾਰੀ ਤੇ ਅਵਿਕਾਰੀ। ਅਰਥ ਦੇ ਆਧਾਰ ਤੇ ਕਿੰਨੀ ਪ੍ਰਕਾਰ ਦੇ ਆ, 2 ਪ੍ਰਕਾਰ ਦੇ। ਰੂਪ ਦੇ ਆਧਾਰ ਤੇ ਵੀ 2 ਹੈ, ਅਰਥ ਦੇ ਆਧਾਰ ਤੇ ਵੀ 2 ਹੈ। ਪ੍ਰਮੁੱਖ ਯੋਜਕ ਕਿਹੜੇ ਹੁੰਦੇ ਹਨ, ਤਾਂ ਪ੍ਰਮੁੱਖ ਯੋਜਕ ਕਿਹੜੇ ਆ ਜੀ, ਸਮਾਨ ਤੇ ਅਧੀਨ। ਉਸ ਤੋਂ ਬਾਅਦ ਹੈ ਜੀ ਨੈਕਸਟ ਕੁਐਸਚਨ ਹੈ, ਜਿਹੜੇ ਸ਼ਬਦ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਆ ਉਹਨਾਂ ਨੂੰ ਕੀ ਕਹਿੰਦੇ ਆ, ਸਮਾਨ ਯੋਜਕ। ਸਮਾਨ ਯੋਜਕ ਚੁਣਨਾ ਤਾਂ ਜੀ ਇਹ ਕਿਹੜੇ ਹੋਏ, ਜਿਵੇਂ ਜਿਹੜਾ ਨਹੀਂ ਹੈਗੇ, ਇਸ ਲਈ ਨਹੀਂ ਹੈਗਾ, ਤਾਂ ਲਾਸਟ ਹੈ ਤੇ ਅਤੇ ਸਗੋਂ ਭਾਵੇਂ ਆਪਣੇ ਕੋਲ ਸਮਾਨ ਯੋਜਕ ਹੈ। ਨੈਕਸਟ ਕੁਐਸਚਨ ਹੈ ਜੀ, ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕਾਂ ਨੂੰ ਅਧੀਨ ਉਪਵਾਕ ਨਾਲ ਆਪਸ ਚ ਜੋੜਨ ਤਾਂ ਉਹ ਕਿਹੜਾ ਜੀ, ਅਧੀਨ ਯੋਜਕ ਹੈ ਆਪਣੇ ਕੋਲ। ਔਰ ਲਾਸਟ ਕੁਐਸਚਨ ਹੈ ਅਧੀਨ